हाँ जी बेटा सारे सत श्री अकाल। ਅੱਜ बेटा ਆਪਾਂ ਰਿਵੀਜ਼ਨ ਕਰਾਂਗੇ ਔਰ ਰਿਵੀਜ਼ਨ ਦੇ ਵਿੱਚ ਆਪਾਂ ਕਰਾਂਗੇ ਇਫੈਕਟ ਆਫ ਐਕਸਰਸਾਈਜ਼ ਔਨ ਕਾਰਡੀਓ ਰੈਸਪੀਰੇਟਰੀ ਸਿਸਟਮ। ਠੀਕ ਆ। ਸੋ ਇਹਦੇ ਵਿੱਚ ਬੇਟਾ ਅੱਜ ਆਪਾਂ ਸ਼ਾਰਟ ਟਰਮ ਇਫੈਕਟ ਕਰਾਂਗੇ। ਸ਼ਾਰਟ ਟਰਮ ਇਫੈਕਟ ਕਰਾਂਗੇ ਇਹਦੇ ਵਿੱਚ ਕਿ ਸ਼ਾਰਟ ਟਰਮ ਇਫੈਕਟ ਦੇ ਵਿੱਚ ਕੀ मतलब ਇਫੈਕਟ ਹੁੰਦੇ ਆ ਜਿਹੜੇ ਸਾਡੇ ਕਾਰਡੀਓ ਰੈਸਪੀਰੇਟਰੀ ਸਿਸਟਮ ਦੇ ਉੱਪਰ ਪੈਂਦੇ ਆ। ਸੋ ਕਾਰਡੀਓ ਰੈਸਪੀਰੇਟਰੀ ਸਿਸਟਮ ਹੁੰਦਾ ਜਿਹੜਾ ਲੰਗਸ ਔਰ ਸਾਡਾ ਹਾਰਟ ਕੰਬਾਈਨ ਵਰਕ ਕਰਦੇ ਆ। ਠੀਕ ਆ। ਹਾਰਟ ਦਾ ਵਰਕ ਹੁੰਦਾ ਵਾ, ਕੰਮ ਹੁੰਦਾ ਵਾ ਕਿ ਬਲੱਡ ਨੂੰ ਪੰਪ ਕਰਨਾ, ਔਰ ਲੰਗਸ ਦਾ ਵਰਕ ਹੁੰਦਾ ਕਿ ਜਿਹੜਾ ਪੰਪ ਹੋਇਆ ਬਲੱਡ ਆ ਲੰਗਸ ਉਹਨੂੰ ਪਿਊਰੀਫਾਈ ਕਰਦਾ ਵਾ ਥਰੂ ਆਕਸੀਜਨ। ਠੀਕ ਆ। ਔਰ ਫਿਰ ਹਾਰਟ ਦੇ ਵਿੱਚ ਭੇਜਦਾ ਵਾ। ਉਹ ਜਿਹੜਾ ਬਲੱਡ ਆ ਉਹ ਫਿਰ ਹਾਰਟ ਵਿੱਚ ਚਲਾ ਜਾਂਦਾ ਅਤੇ ਹਾਰਟ ਫਿਰ ਉਹਨੂੰ ਡਿਸਟਰੀਬਿਊਟ ਕਰ ਦਿੰਦਾ। ਇਹ ਸਾਰੇ ਪ੍ਰੋਸੈਸ ਨੂੰ ਕਾਰਡੀਓ ਰੈਸਪੀਰੇਟਰੀ ਸਿਸਟਮ ਕਹਿੰਦੇ ਆ। ਠੀਕ ਆ। ਸੋ ਐਕਸਰਸਾਈਜ਼ ਦਾ ਇਹਨਾਂ ਉੱਪਰ ਕੀ ਇਫੈਕਟ ਪੈਂਦਾ ਵਾ, ਇਹਦੇ ਵਿੱਚ ਹਾਰਟ ਦੇ ਉੱਪਰ ਕੀ ਇਫੈਕਟ ਪੈਂਦਾ ਅਤੇ ਲੰਗਸ ਉੱਪਰ ਕੀ ਪੈਂਦਾ ਵਾ। ਠੀਕ ਆ। ਇਹਨਾਂ ਦੋਨਾਂ ਦੀ ਗੱਲ ਹੋਣੀ ਆ ਮਿਕਸ। ਸੋ ਸ਼ਾਰਟ ਟਰਮ ਇਫੈਕਟ ਹੁੰਦੇ ਬੇਟਾ ਉਹ ਸ਼ਾਰਟ ਟਰਮ ਅਤੇ ਲੌਂਗ ਟਰਮ, ਇਹ ਵੀ ਥੋੜ੍ਹੀ ਕਨਫਿਊਜ਼ਨ ਤੁਹਾਡੀ ਨਿਕਲ ਜੇ। ਸ਼ਾਰਟ ਟਰਮ ਇਫੈਕਟ ਹੁੰਦੇ ਆ ਕਿ ਜਿਹੜੇ ਡਿਊਰਿੰਗ ਐਕਸਰਸਾਈਜ਼ ਕਿ ਤੁਸੀਂ ਮੰਨ ਲਓ ਐਕਸਰਸਾਈਜ਼ ਕਰ ਰਹੇ ਜੇ ਗਰਾਊਂਡ ਦੇ ਵਿੱਚ ਅਤੇ ਉਸ ਟਾਈਮ ਜਦੋਂ ਤੁਸੀਂ ਐਕਸਰਸਾਈਜ਼ ਕਰ ਰਹੇ ਜੇ ਬੜੇ ਥੱਕੇ ਜੇ, ਤੁਹਾਨੂੰ ਬਹੁਤ ਸਾਹ ਚੜਿਆ, ਉਦੋਂ ਤੁਹਾਡੇ ਹਾਰਟ ਉੱਪਰ ਅਤੇ ਤੁਹਾਡੇ ਲੰਗਸ ਉੱਪਰ ਕੀ ਇਫੈਕਟ ਪੈ ਰਹੇ ਆ। ਔਰ ਲੌਂਗ ਟਰਮ ਹੁੰਦੇ ਆ ਕਿ ਤੁਸੀਂ 4 ਜਾਂ 5 ਸਾਲ ਮੰਨ ਲਓ ਐਕਸਰਸਾਈਜ਼ ਕਰ ਲਈ ਆ, ਉਸ ਤੋਂ ਬਾਅਦ ਤੁਹਾਡੇ ਜਿਹੜੇ ਔਰਗਨਸ ਜੇ ਇੰਟਰਨਲ ਔਰਗਨਸ ਆ ਹਾਰਟ ਔਰ ਲੰਗਸ ਉਹਦੇ ਸਿਸਟਮ ਉੱਪਰ ਕੀ ਇਫੈਕਟ ਪਿਆ। ਠੀਕ ਆ। ਪੋਜ਼ੀਟਿਵ ਪਊਗਾ ਜੇ ਕੋਈ ਐਕਸਰਸਾਈਜ਼ ਵਧੀਆ ਕਰੂਗਾ, ਵਧੀਆ ਤਰੀਕੇ ਨਾਲ ਕਰੂਗਾ, ਉਹਦੇ ਲੰਗਸ ਦਾ ਸਾਈਜ਼ ਵੱਡਾ ਹੋਊਗਾ, ਉਹਦੇ ਲੰਗਸ ਦੀ ਕੈਪੈਸਿਟੀ ਵੀ ਜ਼ਿਆਦਾ ਹੋਊਗੀ, ਹਾਰਟ ਦਾ ਸਾਈਜ਼ ਵੱਡਾ ਹੋਊਗਾ, ਹਾਰਟ ਦੀ ਜਿਹੜੀ ਬਲੱਡ ਨੂੰ ਫਲੋ ਕਰਨ ਦੀ ਜਿਹੜੀ ਸ਼ਮਤਾ ਵਾ ਉਹ ਜ਼ਿਆਦਾ ਹੋਊਗੀ। ਇਹੋ ਹੀ ਆਪਾਂ ਇਹਦੇ ਵਿੱਚ ਪੜ੍ਹਨਾ ਵਾ। ਠੀਕ ਆ। ਸੋ ਸ਼ਾਰਟ ਟਰਮ ਇਫੈਕਟ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਇਨਕਰੀਜ਼ ਇਨ ਹਾਰਟ ਰੇਟ। ਸੋ ਹਾਰਟ ਰੇਟ ਨੋਰਮਲ ਪਰਸਨ ਦੀ ਬੇਟਾ ਜਿਹੜਾ ਨਬਜ਼ ਜਿਹਨੂੰ ਕਹਿ ਦਿੰਦੇ ਆਪਾਂ, ਗੁੱਟ ਤੋਂ ਆਪਾਂ ਚੈੱਕ ਕਰਦੇ, ਡਾਕਟਰ ਵੀ ਚੈੱਕ ਕਰ ਦਿੰਦੇ ਨਬਜ਼, ਉਹ ਮਤਲਬ ਨੋਰਮਲ ਪਰਸਨ ਦੀ 72 ਵਾਰ 1 ਮਿੰਟ ਦੇ ਵਿੱਚ ਉਹ ਹਾਰਟ ਬੀਟ ਕਰਦਾ ਵਾ। ਠੀਕ ਆ। ਪਰ ਜਦੋਂ ਐਕਸਰਸਾਈਜ਼ ਕਰਦੇ ਆ 220 ਪਰ ਮਿੰਟ ਤੱਕ ਉਹ ਚਲੀ ਜਾਂਦੀ ਆ। ਕਿਉਂ ਜਾਂਦੀ ਆ? ਕਿਉਂਕਿ ਹਾਰਟ ਨੂੰ ਵੱਧ ਕੀ ਆ ਬਲੱਡ ਭੇਜਣਾ ਪੈਂਦਾ। ਜਿੰਨਾ ਬਲੱਡ ਜ਼ਿਆਦਾ ਭੇਜੂਗਾ, ਜਿੰਨਾ ਹਾਰਟ ਵੱਧ ਵਰਕ ਕਰੂਗਾ, ਉਨੀ ਬੀਟ ਦੀ ਜਿਹੜੀ ਰੇਸ਼ੋ ਆ ਵੱਧ ਆਊਗੀ। ਠੀਕ ਆ। ਸੋ 220 ਤੋਂ ਉੱਪਰ ਵੀ ਜਾ ਸਕਦੀ ਹੈ ਜੇ ਬਹੁਤ ਸਟਰੀਨੀਅਸ ਐਕਸਰਸਾਈਜ਼ ਕੀਤੀਆਂ ਜਾਣ, ਯਾਨੀ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਫੋਰਸ ਲੱਗਦੀ ਹੈ, ਜਿਵੇਂ ਫੁੱਟਬਾਲ, ਹਾਕੀ, ਬਾਸਕਿਟਬਾਲ, ਇਵੇਂ ਦੀਆਂ ਗੇਮਸ ਵਿੱਚ ਇਸ ਤੋਂ ਵੱਧ ਵੀ ਜਾ ਸਕਦੀ ਆ। ਠੀਕ ਹੈ। ਨੋਰਮਲ 72 ਵਾਰ ਔਰ ਐਕਸਰਸਾਈਜ਼ ਦੀ ਡਿਊਰਿੰਗ ਐਕਸਰਸਾਈਜ਼ 220 ਪਰ ਮਿੰਟ। ਠੀਕ ਆ। ਸੋ ਇਹ ਆਪਣਾ ਇੱਕ ਤੁਹਾਨੂੰ ਹੋਰ ਕਲੀਅਰ ਕਰਦਾ ਕਿ ਜਿੰਨੀ ਹਾਰਟ ਰੇਟ ਡਾਊਨ ਹੋਊਗੀ, ਜੇ ਮੰਨ ਲਓ ਕਿਸੇ ਦੀ 65 ਹੋਊਗੀ, 66 ਹੋਊਗੀ, ਓਨਾ ਹੀ ਬੰਦਾ ਫਿੱਟ ਹੁੰਦਾ ਵਾ। ਉਸ ਤੋਂ ਬਾਅਦ ਇਨਕਰੀਜ਼ ਇਨ ਸਟਰੋਕ ਵੋਲੀਅਮ। ਐਟ ਰੈਸਟ ਜਿਹੜਾ ਸਟਰੋਕ ਵੋਲੀਅਮ ਹੈ 50 ml ਹੁੰਦਾ ਵਾ, 50 ml ਤੋਂ 70 ਮਿਲੀਲੀਟਰ ਉਹ ਜਿਹੜਾ ਸਟਰੋਕ ਵੋਲੀਅਮ, ਯਾਨੀ ਕਿ ਸਾਡਾ ਹਾਰਟ ਜਿਹੜਾ ਵਾ ਇੱਕ ਬੀਟ ਦੇ ਵਿੱਚ, ਪਰ ਬੀਟ ਦੇ ਵਿੱਚ 50 ਤੋਂ ਲੈ ਕੇ 70 ml ਬਲੱਡ ਬਾਹਰ ਭੇਜਦਾ। ਕਿੱਥੇ ਭੇਜਦਾ ਵਾ? ਸਾਡੀ ਬੋਡੀ ਵਿੱਚ, ਜਿਹੜਾ ਪਿਊਰੀਫਾਈ ਬਲੱਡ ਹੁੰਦਾ। ਔਰ ਜਦੋਂ ਸਟਰੋਕ ਵੋਲੀਅਮ ਡਿਊਰਿੰਗ ਐਕਸਰਸਾਈਜ਼ ਕੀ ਆ 110 ਤੋਂ ਲੈ ਕੇ 130 ml ਤੱਕ ਵੀ ਚਲ ਜਾਂਦਾ ਵਾ। ਅਤੇ ਜਿਹੜੀ ਬਹੁਤ ਜ਼ਿਆਦਾ ਜਿਹਦੇ ਵਿੱਚ ਫੋਰਸ ਲੱਗਦੀ ਆ, ਬਹੁਤ ਜ਼ਿਆਦਾ ਅਸੀਂ ਥੱਕਦੇ ਇੱਦਾਂ ਫੁੱਟਬਾਲ, ਹਾਕੀ, ਬਾਸਕਿਟਬਾਲ, ਉਹਦੇ ਵਿੱਚ 220 ml 220 ਤੱਕ ਵੀ ਚਲਾ ਜਾਂਦਾ ਵਾ। ਠੀਕ ਆ। ਇਹ ਆ ਸਟਰੋਕ ਵੋਲੀਅਮ। ਠੀਕ ਆ। ਕਿ ਸਾਡੇ ਹਾਰਟ ਨੇ ਕਿੰਨਾ ਬਲੱਡ ਸਾਡੀ ਬੋਡੀ ਵਿੱਚ ਇੱਕ ਪਰ ਬੀਟ ਦੇ ਵਿੱਚ ਭੇਜਿਆ। ਉਸ ਤੋਂ ਬਾਅਦ ਥਰਡ ਆ ਗਿਆ ਰੈਸਪੀਰੇਟਰੀ ਰੇਟ ਇਨਕਰੀਜ਼। ਰੈਸਪੀਰੇਟਰੀ ਰੇਟ ਬੇਟਾ ਹੁੰਦਾ ਵਾ ਕਿ ਅਸੀਂ ਜਿਹੜਾ ਸਾਹ ਲੈਂਦੇ ਹਾਂ ਅਤੇ ਸਾਹ ਛੱਡਦੇ ਹਾਂ, ਕਿੰਨੀ ਵਾਰ ਅਸੀਂ ਸਾਹ ਲਿਆ। ਨੋਰਮਲ ਅਸੀਂ ਜੇ ਮੰਨ ਲਓ ਬੈਠਦੇ ਹਾਂ ਜਾਂ ਥੋੜ੍ਹਾ ਜਿਹਾ ਹਲਕਾ ਜਿਹਾ ਤੁਰਦੇ ਫਿਰਦੇ ਹਾਂ 18 ਟਾਈਮਸ ਅਸੀਂ ਕੀ ਆ ਸਾਹ ਲੈਂਦੇ ਹਾਂ। ਠੀਕ ਆ। ਔਰ ਛੱਡਦੇ ਹਾਂ 18 ਵਾਰ। ਆਪਾਂ ਸਾਹ ਲੈਣ ਨੂੰ ਔਰ ਛੱਡਣ ਨੂੰ ਇੱਕ ਹੀ ਗਿਣਨਾ। ਠੀਕ ਆ। 18 ਟਾਈਮਸ। ਔਰ ਜਦੋਂ ਡਿਊਰਿੰਗ ਐਕਸਰਸਾਈਜ਼ 80। ਠੀਕ ਆ। ਯਾਨੀ ਕਿ 4 ਗੁਣਾ ਵੱਧ। ਠੀਕ ਆ। ਇਹ ਇੰਨਾ ਆਪਾਂ ਕੀ ਆ ਸਾਹ ਏਅਰ ਦੇ ਵਿੱਚ ਆਕਸੀਜਨ ਲੈਂਦੇ ਹਾਂ, ਕਿਉਂਕਿ ਸਾਡੇ ਮਸਲ ਡਿਮਾਂਡ ਕਰਦੇ ਆ ਆਕਸੀਜਨ ਦੀ। ਜਿੰਨੀ ਡਿਮਾਂਡ ਜ਼ਿਆਦਾ ਕਰਨਗੇ ਓਨੇ ਜਿਹੜੇ ਲੰਗਸ ਆ ਬਾਹਰੋਂ ਆਕਸੀਜਨ ਨੂੰ ਕੰਜ਼ਿਊਮ ਕਰਨਗੇ। ਠੀਕ ਆ। ਉਸ ਤੋਂ ਬਾਅਦ ਅਮਾਊਂਟ ਆਫ ਏਅਰ ਇਨਹੇਲਡ ਐਂਡ ਐਕਸਹੇਲਡ। ਇਹ ਅਮਾਊਂਟ ਜਿਹੜੀ ਏਅਰ ਦੀ ਅਮਾਊਂਟ ਆ ਉਹ ਅਸੀਂ ਜਿਹੜੀ ਲੈਂਦੇ ਆ ਉਹਦੀ ਕਿੰਨੀ ਕੁਆਂਟਿਟੀ ਹੁੰਦੀ ਆ
ਅੱਧਾ ਲੀਟਰ, ਠੀਕ ਆ, ਇਹ ਅੱਧਾ ਲੀਟਰ ਹੈ, 0.5 ਲੀਟਰ ਐਟ ਰੈਸਟ। ਜਦੋਂ ਨਾਰਮਲ ਹੁੰਦੇ ਆ ਉਦੋਂ ਅੱਧਾ ਲੀਟਰ, ਔਰ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ 4.5 ਲੀਟਰ ਇਹਦੀ ਕਪੈਸਿਟੀ ਹੋ ਜਾਂਦੀ ਆ, ਜਿਹੜੀ ਏਅਰ ਅਸੀਂ এনवायरमेंट ਦੇ ਵਿੱਚੋਂ ਆਕਸੀਜਨ ਜਿਹੜੀ ਆ ਆਪਣੇ ਲੰਗਸ ਵਿੱਚ, ਸਾਡੇ ਲੰਗਸ ਉਹਨੂੰ ਕੀ ਕਰਦੇ ਆ, ਕੰਜ਼ਿਊਮ ਕਰਦੇ ਆ, ਠੀਕ ਆ, ਆਪਣੇ ਆਪ ਦੇ ਵਿੱਚ ਫਿਲ ਕਰ ਲੈਂਦੇ ਆ, ਠੀਕ ਆ। ਇਹ ਹੋ ਗਈ ਅਮਾਊਂਟ ਆਫ ਏਅਰ। ਸੋ ਉਸ ਤੋਂ ਬਾਅਦ ਆ ਗਿਆ ਰੀਡਿਸਟ੍ਰੀਬਿਊਸ਼ਨ ਆਫ ਬਲੱਡ ਫਲੋ। ਇਹਦਾ ਜਿਹੜਾ ਮਤਲਬ ਆ ਕਿ ਜਦੋਂ ਸਾਡੇ ਮਤਲਬ ਅਸੀਂ ਨਾਰਮਲ ਹੁੰਦੇ ਆ ਤੇ ਸਾਡਾ ਸਿਰਫ 15 ਤੋਂ ਲੈ ਕੇ 20% ਜਿਹੜਾ ਵਾ ਬਲੱਡ ਉਹ ਕੀ ਕਰਦਾ ਵਾ, ਸਰਕੂਲੇਸ਼ਨ ਹੁੰਦੀ ਉਹਦੀ ਸਾਰੀ ਬੋਡੀ ਵਿੱਚ। ਬਾਕੀ ਜਿਹੜਾ 80% ਬਲੱਡ ਆ ਸਾਡੇ ਇੰਟਰਨਲ ਆਰਗਨਸ ਵਿੱਚ, ਜਿਵੇਂ ਕਿਡਨੀ, ਜਿਵੇਂ ਲੀਵਰ, ਜਿਵੇਂ ਮੰਨ ਲਓ ਗੋਲ ਬਲੈਡਰ, ਸਟਮਕ, ਬ੍ਰੇਨ, ਇਹਨਾਂ ਦੇ ਵਿੱਚ ਕੀ ਆ, ਸਟੋਰ ਰਹਿੰਦਾ ਵਾ। ਆਪਾਂ ਐਵੇਂ ਸੋਚਣਾ ਵੀ ਸਟੋਰ ਰਹਿੰਦਾ ਵਾ, ਠੀਕ ਹੈ। ਉੱਦਾਂ ਸਰਕੂਲੇਸ਼ਨ ਉਹ 80% ਦੀ ਵੀ ਹੁੰਦੀ ਆ, ਪਰ ਆਪਾਂ ਇੰਨਾ ਡੀਪਲੀ ਨਹੀਂ ਜਾਣਾ, ਉਹ ਸਟੋਰ ਰਹਿੰਦਾ ਵਾ। ਔਰ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ 80% ਜਿਹੜਾ ਸਾਡਾ ਬਲੱਡ ਆ ਉਹ ਸਰਕੂਲੇਸ਼ਨ ਦੇ ਵਿੱਚ ਆ ਜਾਂਦਾ ਵਾ, ਠੀਕ ਹੈ। ਉਹਦੀ ਪਾਰਟੀਸਪੇਸ਼ਨ ਸਰਕੂਲੇਸ਼ਨ ਦੇ ਵਿੱਚ, ਉਹ ਵੀ ਸਰਕੂਲੇਟ ਹੋਣ ਲੱਗ ਪੈਂਦਾ, ਕਿਉਂਕਿ ਸੈਲਜ਼ ਨੂੰ, ਬੋਡੀ ਦੇ ਨੂੰ, ਮਸਲਸ ਨੂੰ ਜਿੰਨਾ ਬਲੱਡ ਉਹ ਲੈਣਗੇ ਉਨੀ ਆਕਸੀਜਨ ਨਾਲ ਅਟੈਚ ਹੋ ਕੇ ਆਊਗੀ, ਔਰ ਆਕਸੀਜਨ ਹੀ ਉਹਨਾਂ ਦਾ ਇੱਕ ਹੈਗਾ ਵਾ ਜਿਹਦੇ ਨਾਲ ਉਹਨਾਂ ਨੂੰ એનર્ਜੀ ਮਿਲਣੀ। ਆਕਸੀਜਨ ਔਰ ਗਲੂਕੋਜ਼ ਇਹ ਦੋਨੋਂ ਬਲੱਡ ਦੇ ਵਿੱਚ ਹੁੰਦਾ ਜਿਹੜੀ એનર્ਜੀ ਦਿੰਦੇ। ਉਸ ਤੋਂ ਬਾਅਦ ਬਲੱਡ ਲੈਵਲ ਐਕਸਪੈਂਡ ਐਟ ਦਾ ਸਕਿਨਸ ਸਰਫੇਸ। ਸਕਿਨ ਦੇ ਸਰਫੇਸ ਦੇ ਵਿੱਚ, ਯਾਨੀ ਕਿ ਜਿਹੜੀ ਸਾਡੀ ਸਕਿਨ ਆ ਉਹਦੇ ਵਿੱਚ ਛੋਟੀਆਂ ਛੋਟੀਆਂ ਬਲੱਡ ਵੈਜ਼ਲਸ ਹੁੰਦੀਆਂ ਵਾ, ਉਹ ਜਦੋਂ ਸਰਕੂਲੇਸ਼ਨ ਬੜੀ ਤੇਜ਼ ਹੁੰਦੀ ਹੈ ਤੇ ਖੁੱਲ੍ਹ ਜਾਂਦੀਆਂ ਵਾ, ਐਕਸਪੈਂਡ ਹੋ ਜਾਂਦੀਆਂ ਵਾ। ਇਹਦੇ ਨਾਲ ਸਰਕੂਲੇਸ਼ਨ ਵੀ ਬਹੁਤ ਵਧੀਆ ਹੁੰਦਾ। ਇਹ ਵੀ ਇੱਕ ਇਫੈਕਟ ਪੈਂਦਾ ਸਾਡੀ ਬੋਡੀ ਉੱਪਰ ਕਿ ਜਿਹੜੀਆਂ ਛੋਟੀਆਂ ਛੋਟੀਆਂ ਬਲੱਡ ਵੈਜ਼ਲਸ ਹੁੰਦੀਆਂ ਵਾ ਉਹ ਐਕਸਪੈਂਡ ਹੋ ਜਾਂਦੀਆਂ, ਐਕਸਪੈਂਡ ਹੁੰਦਾ ਖੁੱਲ੍ਹਣਾ, ਠੀਕ ਆ। ਇਸ ਕਰਕੇ ਆਪਾਂ ਇਹ ਪੁਆਇੰਟ ਵਿੱਚ ਲਿਖ ਸਕਦੇ ਹਾਂ ਕਿ ਜਿਹੜੀ ਸਾਡੀ ਸਕਿਨ ਆ ਉਹ ਜਦੋਂ ਅਸੀਂ ਦੌੜਦੇ ਹਾਂ ਜਾਂ ਕੋਈ ਬੜਾ ਤੇਜ਼ੀ ਨਾਲ ਵਰਕ ਕਰਦੇ ਹਾਂ, ਥੱਕੇ ਨੇ ਬਹੁਤ ਵਰਕ ਕਰਦੇ ਹਾਂ, ਬੋਡੀ ਕੋ ਵਰਕ ਲੈਂਦੇ ਹਾਂ, ਉਦੋਂ ਸਾਡੀ ਸਕਿਨ ਤਾਂ ਹੀ ਰੈੱਡ ਕਲਰ ਦੀ ਹੋ ਜਾਂਦੀ ਆ, ਸਾਡਾ ਫੇਸ ਵੀ ਲਾਲ ਹੋ ਜਾਂਦਾ, ਹੱਥ ਪੈਰ ਸਾਰਾ ਕੁਝ ਲਾਲ ਹੁੰਦਾ ਬੋਡੀ, ਤਾਂ ਜੋ ਉਹ ਜਿਹੜੀਆਂ ਸਕਿਨ ਦੇ ਵਿੱਚ ਬਲੱਡ ਵੈਜ਼ਲਸ ਹੁੰਦੀਆਂ ਵਾ ਉਹ ਐਕਸਪੈਂਡ ਹੋ ਜਾਂਦੀਆਂ। ਉਸ ਤੋਂ ਬਾਅਦ 7th ਇਨਕਰੀਜ਼ ਇਨ ਵਾਈਟਲ ਕਪੈਸਿਟੀ। ਵਾਈਟਲ ਕਪੈਸਿਟੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੁੰਦੀ ਕੀ ਆ। ਵਾਈਟਲ ਕਪੈਸਿਟੀ ਅਸੀਂ ਡੀਪੈਸਟ ਇੱਕ ਮੰਨ ਲਓ ਬਰੀਥ ਲੈਂਦੇ ਆ, ਪੂਰੀ ਖਿੱਚ ਕੇ ਸਾਹ ਲੈ ਕੇ ਜਿੰਨੀ ਸਾਡੇ ਲੰਗਸ ਵਿੱਚ ਆਕਸੀਜਨ ਕੰਜ਼ਿਊਮ ਹੁੰਦੀ ਆ ਉਹਨੂੰ ਵਾਈਟਲ ਕਪੈਸਿਟੀ ਕਹਿੰਦੇ ਆ, ਵਾਈਟਲ ਕਪੈਸਿਟੀ, ਠੀਕ ਆ। ਸੋ 3500 ਤੋਂ ਲੈ ਕੇ 4500 ਸੀਸੀ ਇਹ ਉਹਦੀ ਕਪੈਸਿਟੀ ਦਾ ਯੂਨਿਟ ਆ, ਠੀਕ ਆ, ਉਹਨੂੰ ਮੈਜ਼ਰ ਕਰਨ ਦਾ। 3500 ਤੋਂ ਲੈ ਕੇ 4500 ਸੀਸੀ ਨਾਰਮਲ, ਔਰ ਐਕਸਰਸਾਈਜ਼ ਦੇ ਦੌਰਾਨ 5500 ਸੀਸੀ ਤੱਕ ਇਹ ਵਾਈਟਲ ਕਪੈਸਿਟੀ ਚੱਲ ਜਾਂਦੀ ਹੈ। ਉਸ ਤੋਂ ਬਾਅਦ ਇਨਕਰੀਜ਼ ਇਨ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ 120 ਉੱਪਰਲਾ ਤੇ ਹੇਠਲਾ 80 ਹੁੰਦਾ ਵਾ, ਠੀਕ ਹੈ, mm। ਸੋ ਇਹ ਨਾਰਮਲ ਹੁੰਦਾ, ਨਾਰਮਲ ਜਦੋਂ ਅਸੀਂ ਹੁੰਦੇ ਹਾਂ, ਠੀਕ ਹੈ। ਜਦੋਂ ਅਸੀਂ ਕੋਈ ਦੌੜਦੇ ਨਹੀਂ ਕਿ ਆਰਾਮ ਨਾਲ ਬੈਠੇ ਹੁੰਦੇ ਹਾਂ, ਐਕਸਰਸਾਈਜ਼ ਦੇ ਦੌਰਾਨ 200 ਤੱਕ ਚੱਲ ਜਾਂਦਾ, 220, 30 ਵੀ ਲਿਖ ਸਕਦੇ ਜੇ, ਠੀਕ ਹੈ। ਸੋ ਇਹ ਸੀ ਕਿ ਬੇਟਾ ਸ਼ਾਰਟ ਟਰਮ ਇਫੈਕਟ ਕਿ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਜੇ ਉਦੋਂ ਤੁਹਾਡੀ ਬੋਡੀ ਦੇ ਉੱਪਰ ਕੀ ਇਫੈਕਟ ਪਏ, ਠੀਕ ਆ। ਔਰ ਲੌਂਗ ਟਰਮ ਇਫੈਕਟ ਹੈਗੇ ਆ ਕਾਰਡੀਓ ਰੈਸਪੀਰੇਟਰੀ ਸਿਸਟਮ ਦੇ, ਕਿ ਜੇ ਮੰਨ ਲਓ ਤੁਸੀਂ 3-4 ਸਾਲ ਬੜੀ ਐਕਸਰਸਾਈਜ਼ ਬੜੇ ਵਧੀਆ ਤਰੀਕੇ ਨਾਲ ਕੀਤੀ ਆ, ਉਸ ਐਕਸਰਸਾਈਜ਼ ਨੇ ਤੁਹਾਨੂੰ ਤੁਹਾਡੀ ਨਾਰਮਲ ਲਾਈਫ ਦੇ ਵਿੱਚ ਜਦੋਂ ਤੁਹਾਡੇ ਇੰਟਰਨਲ ਆਰਗਨਸ ਐਜ਼ ਏ ਨਾਰਮਲ ਵਰਕ ਕਰਦੇ ਆ ਉਹਨਾਂ ਉੱਪਰ ਉਦੋਂ ਕੀ ਇਫੈਕਟ ਪਿਆ। ਇਹ ਆ ਲੌਂਗ ਟਰਮ ਔਰ ਇਹ ਆ ਸ਼ਾਰਟ ਟਰਮ। ਸੋ ਇਹ ਕੰਸੈਪਟ ਆਪਣੇ ਮਾਈਂਡ ਵਿੱਚ ਬਿਠਾ ਕੇ ਰੱਖਣਾ ਕਿ ਸ਼ਾਰਟ ਟਰਮ ਕਿ ਡਿਊਰਿੰਗ ਐਕਸਰਸਾਈਜ਼ ਸਾਡੀ ਬੋਡੀ ਵਿੱਚ ਕਾਰਡੀਓ ਰੈਸਪੀਰੇਟਰੀ ਸਿਸਟਮ ਦੇ ਜਿਹੜੇ ਆਰਗਨਸ, ਹਾਰਟ ਔਰ ਲੰਗਸ, ਉਹਦੇ ਉੱਪਰ ਕੀ ਚੇਂਜਸ ਆਈਆਂ। ਸਾਰੀਆਂ ਜਿਹੜੀਆਂ ਇਹ ਚੀਜ਼ਾਂ ਇਨਕਰੀਜ਼ ਹੋਣੀਆਂ ਵਾ, ਹਾਰਟ ਰੇਟ ਇਨਕਰੀਜ਼ ਹੋਣੀ, ਸਟ੍ਰੋਕ ਵੋਲੀਅਮ, ਵਾਈਟਲ ਕਪੈਸਿਟੀ, ਸਾਰੀਆਂ ਚੀਜ਼ਾਂ ਇਨਕਰੀਜ਼ ਹੋਣੀਆਂ ਵਾ। ਕਿਉਂ ਇਨਕਰੀਜ਼ ਹੋਣੀਆਂ? ਕਿਉਂਕਿ ਮਸਲ ਨੇ ਡਿਮਾਂਡ ਕਰਨੀ ਆ, ਉਹ ਵਰਕ ਕਰ ਰਹੇ ਆ, ਔਰ ਜਦੋਂ ਉਹ ਵਰਕ ਕਰੀ ਗਏ, ਠੀਕ ਆ, ਉਹਨਾਂ ਦੀ ਕਪੈਸਿਟੀ ਬਣ ਗਈ ਵਰਕ ਕਰਨ ਦੀ। ਉਸ ਤੋਂ ਬਾਅਦ ਲੌਂਗ ਟਰਮ ਇਫੈਕਟ ਦੇ ਵਿੱਚ ਇਹ ਡਿਕਰੀਜ਼ ਹੋਣੀਆਂ ਸ਼ੁਰੂ ਹੋ ਜਾਣੀਆਂ ਵਾ, ਠੀਕ ਆ। ਕਿਉਂਕਿ ਜਿਹੜੇ ਤੁਹਾਡੇ ਆਰਗਨਸ ਆ, ਹਾਰਟ ਔਰ ਲੰਗਸ, ਉਹਨਾਂ ਨੇ ਉਹ ਇੰਨੇ ਸਟਰੋਂਗ ਹੋ ਜਾਂਦੇ ਆ ਕਿ ਉਹਨਾਂ ਨੂੰ ਕੰਮ ਘੱਟ ਕਰਨਾ ਪੈਂਦਾ ਵਾ। ਜਿਵੇਂ ਹਾਰਟ ਦਾ ਸਾਈਜ਼ ਵੱਡਾ ਹੋ ਗਿਆ, ਉਹਨੂੰ ਜਿਹੜਾ ਬਲੱਡ ਆ, ਜਿੱਥੇ ਤੁਹਾਡੇ ਨਾਰਮਲ ਪਰਸਨ ਦੇ ਹਾਰਟ ਨੇ ਮੰਨ ਲਓ ਇਹ ਆਪਣਾ 50 ml ਜਿਹੜਾ ਬਲੱਡ ਬਾਹਰ ਭੇਜਣਾ ਵਾ, ਉੱਥੇ ਜਿਹੜਾ ਸਟਰੋਂਗ ਹਾਰਟ ਨੇ 70 ml ਭੇਜ ਦੇਣਾ, ਕਿਉਂਕਿ ਉਹਦਾ ਸਾਈਜ਼ ਵੱਡਾ ਹੋ ਗਿਆ, ਕੰਟਰੈਕਸ਼ਨ ਦੀ ਜਿਹੜੀ ਕਪੈਸਿਟੀ ਜ਼ਿਆਦਾ ਹੋ ਗਈ ਆ, ਠੀਕ ਆ। ਸੋ ਇਹ ਚੀਜ਼ਾਂ ਤੁਸੀਂ ਸਮਝ ਲਓ। ਜੇ ਨਹੀਂ ਕੁਝ ਪਤਾ ਲੱਗੂ ਤਾਂ ਫਿਰ ਮੈਨੂੰ ਦੱਸ ਦਿਓ, ਠੀਕ ਆ। ਓਕੇ ਸਾਰਿਆਂ ਨੂੰ।